ਤੁਸੀਂ ਖੁਦ ਉਹ ਬਦਲਾਅ ਬਣੋ ਜਿਹੜਾ ਤੁਸੀਂ ਦੁਨੀਆ ਵਿੱਚ ਦੇਖਣਾ ਚਾਹੁੰਦੇ ਹੋ। ਇਹ ਗੱਲ ਮਹਾਤਮਾ ਗਾਂਧੀ ਜੀ ਨੇ ਕਹੀ ਸੀ। ਇਸ ਗੱਲ ਨੂੰ ਜੇ ਕਿਸੇ ਇਨਸਾਨ ਨੇ ਹਕੀਕਤ ਵਿੱਚ ਬਦਲਿਆ ਹੈ ਤਾਂ ਉਹ ਹਨ ਐਲੋਨ ਮਸਕ। ਐਲੋਨ ਮਸਕ ਦਾ ਨਾਂ ਤਾਂ ਤੁਸੀਂ ਸੁਣਿਆ ਹੀ ਹੋਵੇਗਾ। ਉਹ ਇੱਕ ਅਫਰੀਕੀ ਇਨਵੈਸਟਰ, ਇੰਜੀਨੀਅਰ ਅਤੇ ਬਿਜ਼ਨਸਮੈਨ ਹਨ। ਪਰੰਤੂ ਕੀ ਤੁਸੀਂ ਜਾਣਦੇ ਹੋ ਕਿ ਜਿਸ ਇਨਸਾਨ ਦੇ ਅੱਜ ਲੱਖਾਂ ਫੈਨ ਸਨ, ਇੱਕ ਸਮਾਂ ਸੀ ਜਦੋਂ ਲੋਕ ਉਸ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਕਰਦੇ। ਉਸ ਦੇ ਬਿਜ਼ਨਸ ਆਈਡੀਆਸ ਨੂੰ ਸੁਣ ਕੇ ਲੋਕ ਉਸ ਨੂੰ ਪਾਗਲ ਸਮਝਦੇ ਸਨ ਅਤੇ ਅੱਜ ਪੂਰੀ ਦੁਨੀਆ ਵਿੱਚ ਆਪਣੀ ਦੂਰਦਰਸ਼ੀ ਵਾਲੀ ਸੋਚ ਕਰਕੇ ਮਸ਼ਹੂਰ ਹਨ। ਉਸ ਦੀ ਸੋਚ ਹਮੇਸ਼ਾ ਹੀ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਕੇਂਦਰਿਤ ਰਹੀ ਹੈ। ਇਸ ਕਰਕੇ ਹੀ ਉਹ ਪੂਰੀ ਦੁਨੀਆ ਵਿੱਚ ਜੀਨੀਅਸ ਇੰਟਰਪ੍ਰਾਈਜ਼ਸ ਦੇ ਨਾਂ ਨਾਲ ਜਾਣੇ ਜਾਂਦੇ ਹਨ। ਐਲੋਨ ਮਸਕ ਅੱਜ ਦੇ ਸਮੇਂ ਵਿੱਚ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਹਨ। ਕੋਈ ਵੀ ਵਿਅਕਤੀ ਜਨਮ ਤੋਂ ਹੀ ਅਮੀਰ ਨਹੀਂ ਹੁੰਦਾ। ਇਸ ਮੰਜ਼ਿਲ ਤੱਕ ਪਹੁੰਚਣ ਲਈ ਪਤਾ ਨਹੀਂ ਉਸ ਨੂੰ ਕਿੰਨੀ ਕੁ ਮਿਹਨਤ ਕਰਨੀ ਪੈਂਦੀ ਹੈ। ਉਸੇ ਤਰ੍ਹਾਂ ਹੀ ਐਲੋਨ ਮਸਕ ਨੇ ਵੀ ਬਚਪਨ ਤੋਂ ਹੀ ਬਹੁਤ ਮਿਹਨਤ ਕੀਤੀ ਅਤੇ ਲੱਖਾਂ ਸੰਘਰਸ਼ ਕਰਨ ਤੋਂ ਬਾਅਦ ਅੱਜ ਉਹ ਦੁਨੀਆ ਦੇ ਲੋਕਾਂ ਲਈ ਇੱਕ ਮਿਸਾਲ ਬਣ ਚੁੱਕੇ ਹਨ। ਆਓ ਜਾਣਦੇ ਹਾਂ ਕਿਵੇਂ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਇਹਨਾਂ ਉਚਾਈਆਂ ਨੂੰ ਛੂਹਣ ਲਈ ਆਪਣੀ ਮੰਜ਼ਿਲ ਵੱਲ ਦਿਨ ਰਾਤ ਦੀ ਮਿਹਨਤ ਨਾਲ ਨਵੇਂ ਤੋਂ ਨਵੇਂ ਰਾਹ ਆਪ ਬਣਾਏ। ਐਲੋਨ ਮਸਕ ਦਾ ਜਨਮ 28 ਜੂਨ 1971 ਨੂੰ ਪ੍ਰੈਟੋਰੀਆ, ਸਾਊਥ ਅਫਰੀਕਾ ਵਿੱਚ ਹੋਇਆ। ਉਹਨਾਂ ਦੇ ਪਿਤਾ ਜੀ ਸਾਊਥ ਅਫਰੀਕਾ ਅਤੇ ਮਾਂ ਕੈਨੇਡਾ ਤੋਂ ਸੀ। ਉਹ ਸ਼ੁਰੂਆਤ ਤੋਂ ਹੀ ਪੂਰੀ ਤਰ੍ਹਾਂ ਦੂਜੇ ਬੱਚਿਆਂ ਤੋਂ ਅਲੱਗ ਸਨ, ਜਿਸ ਕਰਕੇ ਬਚਪਨ ਤੋਂ ਹੀ ਉਹਨਾਂ ਦਾ ਕੋਈ ਵੀ ਦੋਸਤ ਨਹੀਂ ਬਣਦਾ ਸੀ। ਇਕੱਲੇ ਰਹਿਣ ਕਰਕੇ ਐਲੋਨ ਮਸਕ ਨੇ ਕਿਤਾਬਾਂ ਨਾਲ ਦੋਸਤੀ ਕਰ ਲਈ ਅਤੇ 9 ਸਾਲ ਦੀ ਉਮਰ ਵਿੱਚ ਹੀ ਇੰਨੀਆਂ ਕਿਤਾਬਾਂ ਪੜ੍ਹ ਲਈਆਂ ਜਿੰਨੀਆਂ ਕਿ ਇੱਕ ਆਮ ਇਨਸਾਨ ਆਪਣੀ ਗ੍ਰੈਜੂਏਸ਼ਨ ਤੱਕ ਵੀ ਨਹੀਂ ਪੜ੍ਹ ਸਕਦਾ। ਉਹਨਾਂ ਨੂੰ ਕੰਪਿਊਟਰ ਪ੍ਰੋਗਰਾਮਿੰਗ ਵਿੱਚ ਸ਼ੁਰੂ ਤੋਂ ਹੀ ਬਹੁਤ ਦਿਲਚਸਪੀ ਸੀ, ਜਿਸ ਕਾਰਨ ਉਹਨਾਂ ਨੇ 12 ਸਾਲ ਦੀ ਉਮਰ ਵਿੱਚ ਹੀ ਇੱਕ ਬਲਾਸਟਰ ਨਾਮ ਦੀ ਵੀਡੀਓ ਗੇਮ ਬਣਾ ਦਿੱਤੀ। ਐਲੋਨ ਮਸਕ ਦਾ ਇਹ ਪਹਿਲਾ ਪ੍ਰੋਜੈਕਟ ਬਲਾਸਟਰ ਵੀਡੀਓ ਗੇਮ $500 ਵਿੱਚ ਵਿਕਿਆ, ਜੋ ਕਿ ਉਸ ਸਮੇਂ ਦੇ ਹਿਸਾਬ ਨਾਲ ਕਾਫੀ ਮਹਿੰਗਾ ਸੀ। ਐਲੋਨ ਮਸਕ ਨੇ ਆਪਣੀ ਸਾਰੀ ਪੜ੍ਹਾਈ ਅਮਰੀਕਾ ਵਿੱਚ ਕੀਤੀ। ਸੰਨ 1992 ਵਿੱਚ ਉਹ ਅਮਰੀਕਾ ਚਲੇ ਗਏ। ਉੱਥੇ ਉਹਨਾਂ ਨੇ ਯੂਨੀਵਰਸਿਟੀ ਆਫ ਪੈਨਸਿਲਵੇਨੀਆ ਤੋਂ ਇਕਨੋਮਿਕਸ ਵਿੱਚ ਬੈਚਲਰ ਆਫ ਸਾਇੰਸ ਅਤੇ ਫਿਜ਼ਿਕਸ ਵਿੱਚ ਬੈਚਲਰ ਆਫ ਆਰਟਸ ਦੀ ਪੜ੍ਹਾਈ ਪੂਰੀ ਕੀਤੀ। ਇਸ ਤੋਂ ਬਾਅਦ ਉਹ PhD ਕਰਨ ਲਈ ਸਟੈਂਡਫੋਰਡ ਯੂਨੀਵਰਸਿਟੀ ਗਏ, ਪਰੰਤੂ ਐਡਮਿਸ਼ਨ ਲੈਣ ਤੋਂ ਬਾਅਦ ਉਹਨਾਂ ਨੇ ਕਾਲਜ ਛੱਡ ਦਿੱਤਾ, ਕਿਉਂਕਿ ਹੁਣ ਤੱਕ ਉਹ ਸਮਝ ਚੁੱਕੇ ਸਨ ਕਿ ਦੁਨੀਆ ਵਿੱਚ ਕੁਝ ਵੀ ਵਿਸ਼ੇਸ਼ ਕਰਨ ਲਈ ਡਿਗਰੀ ਦੀ ਜ਼ਰੂਰਤ ਨਹੀਂ, ਬਲਕਿ ਸਕਿੱਲਸ ਦੀ ਜ਼ਰੂਰਤ ਹੈ। ਸੰਨ 1995 ਵਿੱਚ ਐਲਨ ਮਸਕ ਨੇ ਆਪਣੇ ਛੋਟੇ ਭਰਾ ਕਿੰਬਲ ਨਾਲ ਮਿਲ ਕੇ Zip2 ਨਾਮ ਦੀ ਇੱਕ ਕੰਪਨੀ ਸ਼ੁਰੂ ਕੀਤੀ, ਜਿਹੜੀ ਕਿ ਅਖਬਾਰਾਂ ਨੂੰ ਮੈਪਸ ਅਤੇ ਬਿਜ਼ਨਸ ਡਾਇਰੀ ਪ੍ਰੋਵਾਈਡ ਕਰਵਾਉਂਦੀ ਸੀ। ਇਸ ਕੰਪਨੀ ਨੂੰ ਬਣਾਉਣ ਲਈ ਐਲੋਨ ਨੇ ਆਪਣਾ ਸਾਰਾ ਕੁਝ ਦਾਅ 'ਤੇ ਲਾ ਦਿੱਤਾ ਸੀ, ਇੱਥੋਂ ਤੱਕ ਕਿ ਉਹਨਾਂ ਕੋਲ ਉਸ ਸਮੇਂ ਕਿਰਾਏ ਦੇ ਘਰ ਵਿੱਚ ਰਹਿਣ ਲਈ ਵੀ ਪੈਸੇ ਨਹੀਂ ਸਨ। ਉਹ ਰਾਤ ਨੂੰ ਵੀ ਆਪਣੇ ਦਫ਼ਤਰ ਵਿੱਚ ਹੀ ਰਹਿੰਦੇ ਸੀ। ਇਸ ਤੋਂ ਬਾਅਦ ਲਗਾਤਾਰ 4 ਸਾਲ ਸਖਤ ਮਿਹਨਤ ਕਰਨ ਤੋਂ ਬਾਅਦ ਐਲੋਨ ਦੀ ਇਹ ਕੰਪਨੀ ਲਗਾਤਾਰ ਤਰੱਕੀ ਵੱਲ ਵਧਦੀ ਰਹੀ, ਜਿਸ ਕਰਕੇ ਇਸ ਕੰਪਨੀ ਨੂੰ ਸੰਨ 1999 ਵਿੱਚ ਅਮਰੀਕਾ ਦੀ ਇੱਕ ਮਸ਼ਹੂਰ IT ਕੰਪਨੀ ਕੰਪੈਕ ਨੇ $307 ਮਿਲੀਅਨ ਵਿੱਚ ਖਰੀਦ ਲਿਆ। ਐਲੋਨ ਨੂੰ ਸ਼ੁਰੂ ਤੋਂ ਹੀ ਕਾਰਾਂ ਦਾ ਬਹੁਤ ਸ਼ੌਂਕ ਸੀ। ਬਚਪਨ ਤੋਂ ਹੀ ਮੈਕਲਰਨ F1 ਉਹਨਾਂ ਦੇ ਸੁਪਨੇ ਦੀ ਕਾਰ ਸੀ। Zip2 ਕੰਪਨੀ ਨੂੰ ਵੇਚਣ ਤੋਂ ਬਾਅਦ ਉਹਨਾਂ ਨੇ ਸਭ ਤੋਂ ਪਹਿਲਾਂ ਇਸ ਕਾਰ ਨੂੰ ਖਰੀਦਿਆ, ਪਰੰਤੂ ਕੁਝ ਸਮੇਂ ਬਾਅਦ ਹੀ ਇਸ ਕਾਰ ਦਾ ਬਹੁਤ ਭੈੜਾ ਐਕਸੀਡੈਂਟ ਹੋਇਆ, ਜਿਸ ਵਿੱਚ ਇਹ ਕਾਰ ਪੂਰੀ ਤਰ੍ਹਾਂ ਨਸ਼ਟ ਹੋ ਗਈ।
ਐਲੋਨ ਨੂੰ ਇਸ ਕਾਰ ਐਕਸੀਡੈਂਟ ਵਿੱਚ ਬਹੁਤ ਸਾਰੀਆਂ ਸੱਟਾਂ ਲੱਗੀਆਂ, ਪਰ ਕਿਸਮਤ ਨਾਲ ਉਹਨਾਂ ਦੀ ਜਾਨ ਬਚ ਗਈ। ਸੰਨ 1995 ਵਿੱਚ ਐਲੋਨ ਨੇ ਆਪਣੀ ਕਮਾਈ ਦੇ $10 ਮਿਲੀਅਨ ਲਗਾ ਕੇ ਕੁਝ ਹੋਰ ਹਿੱਸੇਦਾਰਾਂ ਨਾਲ ਮਿਲ ਕੇ ਇੱਕ X.com ਨਾਮ ਦੀ ਕੰਪਨੀ ਸ਼ੁਰੂ ਕੀਤੀ। ਇਹ ਕੰਪਨੀ ਅੱਗੇ ਚੱਲ ਕੇ ਦੁਨੀਆ ਦਾ ਸਭ ਤੋਂ ਪਹਿਲਾ ਆਨਲਾਈਨ ਪੇਮੈਂਟ ਸਿਸਟਮ ਪੇਪਾਲ ਬਣੀ। ਇਸ ਕੰਪਨੀ ਨੂੰ ਸੰਨ 2002 ਵਿੱਚ ਈਬੀ ਦੁਆਰਾ $1.5 ਬਿਲੀਅਨ ਵਿੱਚ ਖਰੀਦ ਲਿਆ ਗਿਆ। ਇਸ ਕੰਪਨੀ ਵਿੱਚੋਂ ਐਲੋਨ ਨੂੰ $180 ਮਿਲੀਅਨ ਹਿੱਸਾ ਮਿਲਿਆ। ਪੇਪਾਲ ਨੂੰ ਵੇਚਣ ਤੋਂ ਬਾਅਦ ਐਲੋਨ ਕੋਲ ਇੰਨੇ ਪੈਸੇ ਆ ਚੁੱਕੇ ਸਨ ਕਿ ਉਹ ਆਪਣੀ ਸਾਰੀ ਜ਼ਿੰਦਗੀ ਬਿਨਾਂ ਕੰਮ ਕੀਤੇ ਪੂਰੇ ਐਸ਼ ਆਰਾਮ ਨਾਲ ਬਤੀਤ ਕਰ ਸਕਦੇ ਸਨ। ਪਰੰਤੂ ਉਹਨਾਂ ਨੇ ਆਪਣੇ ਸਾਰੇ ਪੈਸੇ ਸਪੇਸਐਕਸ, ਟੈਸਲਾ, ਸੋਲਰ ਸਿਟੀ ਨਾਮ ਦੀਆਂ 3 ਅਲੱਗ-ਅਲੱਗ ਕੰਪਨੀਆਂ ਵਿੱਚ ਲਗਾ ਦਿੱਤੇ। ਆਪਣੇ ਸਾਰੇ ਪੈਸੇ ਖਰਚ ਕਰਕੇ ਉਹ ਵਾਪਸ ਉਸੇ ਤਰ੍ਹਾਂ ਹੀ ਆਪਣੇ ਆਫਿਸ ਵਿੱਚ ਸੌਣ ਲੱਗੇ। ਇਸ ਸਮੇਂ ਇਹ ਸਾਰਾ ਕੁਝ ਦੇਖ ਕੇ ਬਹੁਤ ਸਾਰੇ ਲੋਕ ਐਲੋਨ ਨੂੰ ਪਾਗਲ ਕਹਿਣ ਲੱਗੇ। ਐਲੋਨ ਦੁਨੀਆ ਵਿੱਚੋਂ ਪੈਟਰੋਲ ਅਤੇ ਡੀਜ਼ਲ ਦੇ ਸਾਧਨ ਖਤਮ ਕਰਕੇ ਇਲੈਕਟ੍ਰੋਨਿਕ ਸਾਧਨ ਬਣਾਉਣਾ ਚਾਹੁੰਦੇ ਸਨ ਤਾਂ ਜੋ ਧਰਤੀ ਤੇ ਲਗਾਤਾਰ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਿਆ ਜਾ ਸਕੇ। ਉਹਨਾਂ ਨੇ ਆਪਣੇ $700 ਮਿਲੀਅਨ ਲਗਾ ਕੇ ਇੱਕ ਟੈਸਲਾ ਨਾਮ ਦੀ ਕੰਪਨੀ ਸ਼ੁਰੂ ਕੀਤੀ। ਕੰਪਨੀ ਦੀ ਕੀਮਤ ਅੱਜ ਦੇ ਸਮੇਂ ਵਿੱਚ $800 ਬਿਲੀਅਨ ਨੂੰ ਵੀ ਪਾਰ ਕਰ ਚੁੱਕੀ ਹੈ। ਇਸ ਕੰਪਨੀ ਨੇ ਲਾਭ ਕਮਾਉਣ ਦੇ ਮਾਮਲੇ ਵਿੱਚ ਦੁਨੀਆ ਦੀਆਂ ਬਹੁਤ ਵੱਡੀਆਂ ਤੋਂ ਵੱਡੀਆਂ ਕਾਰ ਕੰਪਨੀਆਂ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਕੰਪਨੀ ਦੀ ਕਾਮਯਾਬੀ ਕਰਕੇ ਹੀ ਐਲੋਨ ਅੱਜ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚੋਂ ਇੱਕ ਹਨ। ਐਲੋਨ ਹਮੇਸ਼ਾ ਤੋਂ ਹੀ ਦੂਰਦ੍ਰਿਸ਼ਟੀ ਦੇ ਮਾਲਕ ਰਹੇ ਹਨ। ਉਹ ਆਪਣਾ ਪੈਸਾ ਹਮੇਸ਼ਾ ਉੱਥੇ ਹੀ ਇਨਵੈਸਟ ਕਰਦੇ ਹਨ ਜਿੱਥੇ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਭ ਪ੍ਰਾਪਤ ਹੋਵੇ। ਟੈਸਲਾ ਕੰਪਨੀ ਦੀ ਮਾਡਲ ਐਸ ਕਾਰ ਨੂੰ ਦੁਨੀਆ ਦੀ ਸਭ ਤੋਂ ਸੁਰੱਖਿਅਤ ਕਾਰ ਮੰਨਿਆ ਜਾਂਦਾ ਹੈ। ਇਸ ਕਾਰ ਦੇ ਨਾਮ ਵਿੱਚ ਐਸ ਲੈਟਰ ਸਪੀਡ ਜਾਂ ਸਪੋਰਟਸ ਲਈ ਨਹੀਂ ਬਲਕਿ ਸੇਫਟੀ ਲਈ ਲਗਾਇਆ ਗਿਆ ਹੈ। ਅਮਰੀਕਾ ਦੇ ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਦੁਆਰਾ ਇਸ ਕਾਰ ਨੂੰ ਸੇਫਟੀ ਦੇ ਮਾਮਲੇ ਵਿੱਚ 5 ਵਿੱਚੋਂ 4.5 ਰੇਟਿੰਗ ਦਿੱਤੀ ਗਈ ਹੈ। ਐਲੋਨ ਦੀ ਮਾਂ ਮਾਈ ਮਸਕ ਇੱਕ ਮਾਡਲ ਹੁੰਦੀ ਸੀ, ਪਰੰਤੂ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਲਈ ਉਹਨਾਂ ਨੇ ਆਪਣਾ ਇਹ ਮਾਡਲ ਕੈਰੀਅਰ ਛੱਡ ਦਿੱਤਾ। ਹੁਣ ਜਦੋਂ ਉਹਨਾਂ ਦਾ ਪੁੱਤਰ ਇਸ ਦੁਨੀਆ ਦੇ ਸਭ ਤੋਂ ਕਾਮਯਾਬ ਇਨਸਾਨਾਂ ਵਿੱਚੋਂ ਇੱਕ ਬਣ ਚੁੱਕਿਆ ਹੈ ਤਾਂ ਮਾਈ ਮਸਕ 73 ਸਾਲ ਦੀ ਉਮਰ ਵਿੱਚ ਹੁਣ ਆਪਣਾ ਉਹ ਸ਼ੌਂਕ ਪੂਰਾ ਕਰ ਰਹੀ ਹੈ ਜਿਹੜਾ ਉਸਨੇ ਆਪਣੀ ਜਵਾਨੀ ਦੇ ਸਮੇਂ ਵਿੱਚ ਛੱਡ ਦਿੱਤਾ ਸੀ। ਅਤੇ ਐਲੋਨ ਵੀ ਆਪਣੀ ਮਾਂ ਦਾ ਪੂਰਾ ਸਾਥ ਦੇ ਰਿਹਾ ਹੈ। ਜੇਕਰ ਐਲੋਨ ਦੇ ਪਰਿਵਾਰ ਬਾਰੇ ਗੱਲ ਕਰੀਏ ਤਾਂ ਇਹ ਕਾਫੀ ਇੰਟਰਸਟਿੰਗ ਪਾਰਟ ਹੈ ਕਿ ਉਹਨਾਂ ਨੇ 3 ਵਾਰ ਵਿਆਹ ਕਰਵਾਇਆ, ਪਰੰਤੂ 2 ਵਾਰ ਉਸਨੇ ਇੱਕ ਹੀ ਲੜਕੀ ਨਾਲ ਵਿਆਹ ਕਰਵਾਇਆ ਸੀ। ਐਲੋਨ ਨੇ ਪਹਿਲਾ ਵਿਆਹ ਸੰਨ 2000 ਵਿੱਚ ਜਸਟਿਨ ਵਿਲਸਨ ਨਾਮ ਦੀ ਲੜਕੀ ਨਾਲ ਕਰਵਾਇਆ ਜਿਹੜੀ ਕਿ ਉਸ ਦੇ ਨਾਲ ਹੀ ਕਾਲਜ ਵਿੱਚ ਪੜ੍ਹਦੀ ਸੀ, ਪਰੰਤੂ ਇਸ ਵਿਆਹ ਤੋਂ ਉਹਨਾਂ ਨੇ 8 ਸਾਲ ਬਾਅਦ 2008 ਵਿੱਚ ਤਲਾਕ ਲੈ ਲਿਆ। ਇਸ ਤੋਂ ਬਾਅਦ ਉਹਨਾਂ ਨੇ ਸੰਨ 2010 ਵਿੱਚ ਇੱਕ ਇੰਗਲਿਸ਼ ਐਕਟਰਸ ਤੈਲੂਲਾ ਰਾਈਲੀ ਨਾਲ ਵਿਆਹ ਕਰਵਾ ਲਿਆ। ਇਹ ਵਿਆਹ ਵੀ ਉਹਨਾਂ ਦਾ ਕੁਝ ਜ਼ਿਆਦਾ ਕਾਮਯਾਬ ਨਹੀਂ ਰਿਹਾ ਅਤੇ ਇਸ ਵਿਆਹ ਤੋਂ ਬਾਅਦ ਉਹਨਾਂ ਨੇ 2012 ਵਿੱਚ ਤਲਾਕ ਲੈ ਲਿਆ। ਤਲਾਕ ਲੈਣ ਤੋਂ ਕੁਝ ਸਮਾਂ ਬਾਅਦ ਉਹਨਾਂ ਨੂੰ ਇਹ ਪਛਤਾਵਾ ਹੋਇਆ ਕਿ ਉਹਨਾਂ ਨੂੰ ਇਹ ਤਲਾਕ ਨਹੀਂ ਲੈਣਾ ਚਾਹੀਦਾ ਸੀ, ਇਸ ਲਈ ਉਹਨਾਂ ਨੇ ਦੁਬਾਰਾ ਵਿਆਹ ਕਰਵਾਉਣ ਦਾ ਫੈਸਲਾ ਲੈ ਲਿਆ ਅਤੇ ਸੰਨ 2013 ਵਿੱਚ ਉਹਨਾਂ ਨੇ ਫਿਰ ਆਪਸ ਵਿੱਚ ਵਿਆਹ ਕਰਵਾ ਲਿਆ। ਪਰੰਤੂ ਦੂਜੀ ਵਾਰ ਵਿਆਹ ਕਰਾਉਣ ਤੋਂ ਬਾਅਦ ਵੀ ਉਹਨਾਂ ਦਾ ਇਹ ਰਿਸ਼ਤਾ ਜ਼ਿਆਦਾ ਸਮੇਂ ਤੱਕ ਨਹੀਂ ਨਿਭ ਸਕਿਆ, ਜਿਸ ਕਰਕੇ ਇਸ ਤੋਂ ਬਾਅਦ ਉਹਨਾਂ ਨੇ ਸੰਨ 2016 ਵਿੱਚ ਫਿਰ ਤਲਾਕ ਲੈ ਲਿਆ। ਅੱਜ ਐਲੋਨ ਇੱਕ ਕੈਨੇਡੀਅਨ ਸਿੰਗਰ ਗ੍ਰੀਮਸ ਨਾਲ ਰਿਲੇਸ਼ਨਸ਼ਿਪ ਵਿੱਚ ਹਨ, ਜੋ ਕਿ ਐਲੋਨ ਤੋਂ ਲਗਭਗ 17 ਸਾਲ ਛੋਟੀ ਹੈ। ਐਲੋਨ ਨੂੰ ਫਿਲਮਾਂ ਦਾ ਬਹੁਤ ਸ਼ੌਂਕ ਹੈ
ਉਹਨਾਂ ਨੂੰ ਸੁਪਰ ਹੀਰੋ ਫਿਲਮਾਂ ਦੇਖਣਾ ਬਹੁਤ ਪਸੰਦ ਹੈ। ਅੱਜ ਕੱਲ੍ਹ ਉਹਨਾਂ ਨੂੰ ਟੋਨੀ ਸਟਾਰਕ ਵੀ ਆਖ ਕੇ ਬੁਲਾਉਂਦੇ ਹਨ, ਜੋ ਕਿ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਉਂਦਾ ਹੈ। ਐਲੋਨ ਆਪ ਵੀ ਇਸ ਫਿਲਮ ਦੇ ਉਸ ਕਰੈਕਟਰ ਨੂੰ ਬਹੁਤ ਪਸੰਦ ਕਰਦੇ ਹਨ। ਐਲੋਨ ਨੇ 2010 ਵਿੱਚ ਆਈ ਇੱਕ ਫਿਲਮ ਆਇਰਨ ਮੈਨ 2 ਵਿੱਚ ਇੱਕ ਕੈਮੀਓ ਰੋਲ ਵੀ ਨਿਭਾਇਆ ਹੈ। ਇਸ ਫਿਲਮ ਦੀ ਜ਼ਿਆਦਾਤਰ ਸ਼ੂਟਿੰਗ ਐਲੋਨ ਦੀ ਆਪਣੀ ਹੀ ਕੰਪਨੀ ਸਪੇਸ ਐਕਸ ਵਿੱਚ ਹੀ ਕੀਤੀ ਗਈ ਹੈ। ਐਲੋਨ ਮਸਕ ਨੂੰ ਜੇਮਸ ਬੌਂਡਸ ਦੁਆਰਾ ਦ ਸਪਾਈ ਹੂ ਲਵਡ ਮੀ ਫਿਲਮ ਵਿੱਚ ਵਰਤੀ ਗਈ 1976 ਦੀ ਕਾਰ ਬਹੁਤ ਪਸੰਦ ਆਈ ਸੀ। ਫਿਲਮ ਵਿੱਚ ਇਹ ਕਾਰ ਇੱਕ ਬਟਨ ਦਬਾਉਣ ਨਾਲ ਹੀ ਵੱਖ-ਵੱਖ ਭਾਗਾਂ ਵਿੱਚ ਵੰਡੀ ਜਾਂਦੀ ਸੀ, ਜੋ ਕਿ ਐਲੋਨ ਨੂੰ ਬਚਪਨ ਤੋਂ ਹੀ ਜਦੋਂ ਤੋਂ ਇਹ ਕਾਰ ਦੇਖੀ ਤਾਂ ਬਹੁਤ ਪਸੰਦ ਆਈ ਸੀ ਅਤੇ ਉਦੋਂ ਹੀ ਉਹਨਾਂ ਨੇ ਕਾਰ ਖਰੀਦਣ ਦਾ ਆਪਣਾ ਮਨ ਬਣਾ ਲਿਆ ਸੀ। ਜਦੋਂ ਸੰਨ 2013 ਵਿੱਚ ਇਹ ਕਾਰ ਨਿਲਾਮ ਕੀਤੀ ਗਈ ਤਾਂ ਉਹਨਾਂ ਨੇ ਬਿਨਾਂ ਸਮਾਂ ਬਰਬਾਦ ਕੀਤੇ ਇਸ ਨੂੰ $1 ਮਿਲੀਅਨ ਦੀ ਬਹੁਤ ਵੱਡੀ ਕੀਮਤ ਵਿੱਚ ਖਰੀਦਿਆ ਅਤੇ ਆਪਣਾ ਬਚਪਨ ਦਾ ਸੁਪਨਾ ਪੂਰਾ ਕਰ ਲਿਆ। ਐਲੋਨ ਨੇ ਸੰਨ 2002 ਵਿੱਚ $100 ਮਿਲੀਅਨ ਲਗਾ ਕੇ ਇੱਕ ਸਪੇਸ ਐਕਸ ਨਾਮ ਦੀ ਕੰਪਨੀ ਸ਼ੁਰੂ ਕੀਤੀ। ਉਹ ਆਪਣੀ ਇਸ ਕੰਪਨੀ ਦੇ ਜ਼ਰੀਏ ਸਸਤੇ ਅਤੇ ਰੀਯੂਜ਼ੇਬਲ ਰਾਕਟ ਬਣਾਉਣਾ ਚਾਹੁੰਦੇ ਸਨ। ਉਹ ਆਮ ਲੋਕਾਂ ਨੂੰ ਪੁਲਾੜ ਦੀ ਸੈਰ ਕਰਵਾਉਣਾ ਚਾਹੁੰਦੇ ਸਨ ਅਤੇ ਉਹ ਚੰਦਰਮਾ 'ਤੇ ਲੋਕਾਂ ਨੂੰ ਵਸਾਉਣ ਦਾ ਸੁਪਨਾ ਦੇਖ ਰਹੇ ਸਨ। ਉਹ ਆਪਣੇ ਸਸਤੇ ਅਤੇ ਰੀਯੂਜ਼ੇਬਲ ਰਾਕਟ ਬਣਾਉਣ ਵਿੱਚ ਤਾਂ ਕਾਮਯਾਬ ਹੋ ਚੁੱਕੇ ਹਨ। ਐਕਸਪਰਟਸ ਦਾ ਇਹ ਮੰਨਣਾ ਹੈ ਕਿ ਜਲਦੀ ਹੀ ਉਹ ਆਪਣੇ ਬਾਕੀ ਸਾਰੇ ਗੋਲ ਵੀ ਪੂਰੇ ਕਰ ਲੈਣਗੇ। ਜੇਕਰ ਤੁਹਾਨੂੰ ਸਾਡੀ ਇਹ ਕੋਸ਼ਿਸ਼ ਵਧੀਆ ਲੱਗੀ ਤਾਂ ਐਲੋਨ ਮਸਕ ਦੀ ਇਸ ਕਹਾਣੀ ਨੂੰ ਆਪਣੇ ਚਾਹਣ ਵਾਲਿਆਂ ਤੇ ਮਿੱਤਰ ਪਿਆਰਿਆਂ ਨਾਲ ਜ਼ਰੂਰ ਸਾਂਝਾ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦੇਵੋ।